ਅਸੀਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 4 ਲਾਵਾਂ ਦੇ ਉੱਪਰ ਵਿਚਾਰ ਕਰ ਰਹੇ ਹਾਂ। ਤੀਸਰੀ ਲਾਮ ਦੇ ਆਖਰੀ ਲਾਈਨ ਦੇ ਵਿੱਚ ਜਨ ਨਾਨਕ ਬੋਲੇ ਤੀਜੀ ਲਾਮ ਹੈ, ਹਰ ਉਪਜੇ ਮਨ ਵੈਰਾਗ ਜੀਓ। ਵੈਰਾਗ ਉਹ ਅਵਸਥਾ ਹੈ ਜਿੱਥੇ ਕਿਸੇ ਚੀਜ਼ ਨੂੰ ਪਾਉਣ ਦੀ ਤਾਂਘ ਬਹੁਤ ਜ਼ਿਆਦਾ ਤੀਬਰ ਹੋ ਜਾਂਦੀ ਹੈ। ਅਸੀਂ ਸਿਮਰਨ ਤੋਂ ਚੱਲੇ, ਜਾਪ ਤੋਂ ਚੱਲੇ, ਜਾਪ ਨੇ ਅੰਦਰ ਜਗ੍ਹਾ ਬਣਾਈ, ਆਤਮਾ ਉਸ ਦੇ ਨਾਲ ਮਿਲੀ, ਮਿਲ ਕੇ ਉਹ ਆਪ ਸਿਮਰਨ ਕਰਨ ਲੱਗੀ। ਆਪਣੇ ਆਪ ਜੋ ਸਿਮਰਨ ਹੋਣ ਲੱਗਿਆ, ਜਿਸ ਨੂੰ ਅਜੱਪਾ ਜਾਪ ਕਿਹਾ ਜਾਂਦਾ ਹੈ। ਅਜੱਪਾ ਜਾਪ, ਜੇ ਇਸ ਤਰ੍ਹਾਂ ਕਹੀਏ ਕਿ ਅਜੱਪਾ ਜਾਪ ਨੇ ਆਤਮਾ ਨੂੰ ਚੇਤਨ ਕੀਤਾ ਇਸ ਕੰਮ ਵਾਸਤੇ ਕਿ ਹੁਣ ਤੇਰਾ ਸਮਾਂ ਆ ਗਿਆ ਵਾਪਸ ਆਪਣੇ ਘਰ ਜਾਣ ਦਾ। ਆਤਮਾ ਚੇਤਨ ਹੋਈ, ਅਜੱਪਾ ਜਾਪ ਸ਼ੁਰੂ ਹੋਇਆ। ਅਜੱਪਾ ਜਾਪ ਤੋਂ ਸਾਡੇ ਅੰਦਰ ਜੋ ਹੈ ਉਹ ਨਾਦ ਦੀ ਧੁਨ ਪ੍ਰਗਟ ਹੋਈ, ਨਾਦ ਦੀ ਗੂੰਜ ਸੁਣਾਈ ਦੇਣ ਲੱਗੀ। ਨਾਦ ਦੇ ਵਿੱਚ ਸਾਧਕ ਲੀਨ ਹੋਇਆ ਅਤੇ ਉਸ ਪਰਮ ਈਸ਼ਵਰ, ਪਰਮ ਆਤਮਾ, ਪਰਮ ਪੁਰਸ਼, ਦਿਆਲੂ ਸਤਿਗੁਰੂ ਦੇ ਦੁਆਰੇ ਤੱਕ ਪਹੁੰਚ ਗਿਆ। ਦੁਆਰੇ ਤੱਕ ਪਹੁੰਚ ਗਿਆ। ਹੁਣ ਦੁਆਰ ਜੋ ਹੈ ਉਹ ਖੁੱਲ੍ਹਣਾ, ਲੇਕਿਨ ਉਸ ਨੂੰ ਖੋਲ੍ਹੇਗਾ ਕੌਣ? ਉਸ ਨੂੰ ਖੋਲ੍ਹੇਗਾ ਉਹ ਸੰਤ ਮਹਾਂਪੁਰਸ਼ ਜਿਹਨੂੰ ਕਿ ਅਸੀਂ ਸੰਤ ਸਤਿਗੁਰੂ ਹੰਸ, ਪਰਮ ਹੰਸ ਕਹਿੰਦੇ ਹਾਂ ਜਾਂ ਗੁਰਮੁਖ ਕਹਿ ਦਿੰਦੇ ਹਾਂ। ਹਰ ਚੌਥੀ ਲਾਮ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀਓ। ਇੱਥੇ ਆ ਕੇ ਸਹਿਜ ਵੈਰਾਗ ਦੇ ਨਾਲ ਅੰਦਰ ਇੱਕ ਸਹਿਜ ਦੀ ਅਵਸਥਾ ਬਣ ਗਈ। ਸਹਿਜ ਦੀ ਅਵਸਥਾ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਸਹਿਜ ਆਸਣ 'ਤੇ ਬੈਠਣਾ। ਸਹਿਜ ਸਮਤਾ ਦਾ ਰੂਪ ਹੈ। ਸਮਤਾ ਦਾ ਮਤਲਬ ਇਹ ਹੈ ਕਿ ਅੰਦਰੋਂ ਬਾਹਰ ਇਹ ਸਾਧਕ ਇੱਕ ਹੋਇਆ ਰਹਿੰਦਾ ਹੈ। ਸਹਿਜ ਕਿ ਹਰ ਇੱਕ ਚੀਜ਼ ਨੂੰ ਆਰਾਮ ਦੇ ਨਾਲ ਲੈਣਾ। ਪਰਮਾਤਮਾ ਦੇ ਦਰ 'ਤੇ ਪਹੁੰਚ ਗਿਆ, ਵੈਰਾਗ ਉਤਪੰਨ ਹੋ ਗਿਆ। ਵੈਰਾਗ ਦੇ ਵਿੱਚ ਰੋ ਰਿਹਾ ਹੈ, ਲੇਕਿਨ ਇਸ ਭਰੋਸੇ ਦੇ ਨਾਲ ਕਿ ਮੈਨੂੰ ਉਹ ਪਰਮਾਤਮਾ ਜੋ ਹੈ ਨਾ ਉਹ ਮਿਲ ਗਿਆ ਹੈ, ਉਹ ਪਾ ਲਿਆ ਹੈ। ਮੈਂ ਉਸ ਪਰਮਾਤਮਾ ਦੇ ਨਾਲ ਜੁੜ ਗਿਆ ਹਾਂ। ਮੈਂ ਇਹ ਪਰਮਾਤਮਾ ਸ਼੍ਰੀ ਰਾਮ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਗੁਰਮੁਖ ਮਿਲਿਆ ਸੁਭਾਏ, ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ। ਗੁਰਮੁਖ ਜਿਸ ਨੇ ਗੁਰੂ ਦੇ ਮੁਖ ਤੋਂ ਬਚਨ ਲੈ ਕੇ ਉਸ ਮਾਲਕ ਤੱਕ ਪਹੁੰਚਣ ਦੇ ਸਫ਼ਰ ਨੂੰ ਪੂਰਾ ਕਰ ਲਿਆ ਹੈ, ਉਸ ਦੇ ਸਮਝਾਉਣ ਦੇ ਨਾਲ ਉਹ ਜੋ ਹਰੀ, ਉਹ ਜੋ ਪਰਮਾਤਮਾ, ਉਹ ਅੰਦਰ ਅਤੇ ਬਾਹਰ ਜੋ ਸਹਿਜ ਦੀ ਅਵਸਥਾ ਹੈ, ਉਹ ਅੰਦਰ ਬਾਹਰ ਜੋ ਹੈ ਨਾ ਉਹ ਇੱਕ ਕਰਦੀ ਹੈ ਇਸ ਜੀਵ ਨੂੰ। ਜੇ ਇਸ ਜੀਵ ਦੇ ਅੰਦਰ ਮਿਠਾਸ ਹੈ ਤਾਂ ਉਹਦੀ ਜ਼ੁਬਾਨ 'ਤੇ ਵੀ ਮਿਠਾਸ ਹੋਏਗੀ, ਔਰ ਉਸ ਨੂੰ ਸੰਸਾਰ ਦੀ ਹਰ ਇੱਕ ਚੀਜ਼ ਜੋ ਹੈ ਉਹ ਚੰਗੀ ਲੱਗਦੀ ਹੈ, ਮਿੱਠੀ ਲੱਗਦੀ ਹੈ। ਉਸ ਦਾ ਜੋ ਸੁਭਾਅ ਹੈ ਉਹ ਸਹਿਜ ਸੁਭਾਅ ਹੋ ਜਾਂਦਾ ਹੈ। ਉਹ ਹਰ ਇੱਕ ਚੀਜ਼ ਨੂੰ ਸਹਿਜੇ ਹੀ ਲੈਂਦਾ ਹੈ। ਹੇ ਪਰਮਾਤਮਾ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ ਕਿ ਤੂੰ ਮੈਨੂੰ ਗੁਰਮੁਖ ਦੇ ਨਾਲ ਅਚਨਚੇਤ ਮਿਲਾ ਦਿੱਤਾ ਹੈ। ਮੈਨੂੰ ਤਲਾਸ਼ ਨਹੀਂ ਕਰਨੀ ਪਈ, ਉਸ ਮਹਾਂਪੁਰਸ਼ ਨੂੰ ਤੂੰ ਮੇਰੇ ਨਾਲ ਮਿਲਾ ਦਿੱਤਾ ਹੈ। ਮੈਂ ਤੇਰੇ ਤੋਂ ਬਾਰ ਬਾਰ ਬਲਿਹਾਰ ਜਾਂਦਾ ਹਾਂ। ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਅੰਨ ਦਿਨ ਹਰ ਲਿਵ ਲਾਗੀ। ਹੁਣ ਸਹਿਜ ਅਵਸਥਾ ਹੋ ਗਈ, ਕੋਈ ਤੜਫ ਨਹੀਂ, ਕੋਈ ਬਿਰਹਾ ਨਹੀਂ, ਕੋਈ ਵੈਰਾਗ ਨਹੀਂ। ਉਹ ਪਰਮਾਤਮਾ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਹੁਣ ਮੈਨੂੰ ਮਿੱਠੀ ਲੱਗਦੀ ਹੈ। ਉਹ ਮੇਰਾ ਜਿਹੜਾ ਪ੍ਰਭੂ ਹਰ ਵੇਲੇ ਉਸ ਦੇ ਨਾਲ ਮੇਰੀ ਜੋ ਲਿਵ ਹੈ ਉਹ ਤਾਰ ਜੁੜੀ ਹੋਈ ਹੈ। ਯਾਨੀ ਕਿ ਅਨਹਦ ਨਾਦ ਜੋ ਹੈ ਨਾ ਉਹ ਇੰਨੀ ਪਰਿਪੱਕਤਾ ਦੇ ਵਿੱਚ ਆ ਗਿਆ ਹੈ ਕਿ ਹਰ ਵੇਲੇ ਉਸ ਦੇ ਵਿੱਚ ਲੀਨ ਹੋਇਆ ਸਾਧਕ ਉਸ ਮਾਲਕ, ਉਸ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਇੱਥੇ ਕਹਿੰਦਾ ਕਿ ਜੋ ਮੇਰੇ ਮਨ ਦੀ ਮੁਰਾਦ ਸੀ,
ਉਹ ਮੈਨੂੰ ਮਿਲ ਗਈ ਹੈ। ਮਨ ਚਿੰਦਿਆਂ ਫਲ ਪਾਇਆ ਸੁਆਮੀ। ਹੇ ਮੇਰੇ ਮਾਲਕ, ਹੇ ਮੇਰੇ ਪ੍ਰਭੂ, ਹੇ ਮੇਰੇ ਪਰਮਾਤਮਾ, ਹੇ ਹਰੀ, ਮੈਨੂੰ ਮੇਰੇ ਮਨ ਦੀ ਇੱਛਾ ਮੁਤਾਬਕ ਜੋ ਫਲ ਮੈਂ ਚਾਹੁੰਦਾ ਸੀ, ਮੈਂ ਪਰਮਾਤਮਾ ਤੇਰੇ ਨਾਲ ਮਿਲਣਾ ਚਾਹੁੰਦਾ ਸੀ, ਤੇਰੇ ਦਰਸ਼ਨ ਕਰਨਾ ਚਾਹੁੰਦਾ ਸੀ, ਮੈਂ ਤੇਰੇ ਨਜ਼ਦੀਕ ਪਹੁੰਚ ਗਿਆ ਅਤੇ ਮੇਰੇ ਅੰਦਰ ਜੋ ਹੈ ਨਾ ਉਸ ਨਾਮ ਦੀ ਜੋ ਹੈ ਨਾ ਉਹ ਵਧਾਈਆਂ ਵੱਜ ਰਹੀਆਂ, ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ ਕਿ ਮੈਂ ਪਰਮਾਤਮਾ ਤੇਰੇ ਦਰ ਤੱਕ ਪਹੁੰਚ ਗਿਆ। ਹਰ ਪ੍ਰਭ ਠਾਕਰ ਕਾਜ ਰਚਾਇਆ, ਤਨ ਹਿਰਦੈ ਨਾਮ ਅਵਿਗਾਸੀ। ਉਸ ਪ੍ਰਭੂ ਪਰਮਾਤਮਾ ਠਾਕਰ ਮਾਲਕ, ਇਹ ਜੋ ਮੈਨੂੰ ਕਾਰਜ ਮੈਨੂੰ ਉਸ ਮਾਲਕ ਨੇ ਸੁਝਾਇਆ ਸੀ ਨਾ ਕਿ ਪ੍ਰਵਿਰਤੀ ਬਦਲਣੀ ਹੈ, ਧਾਰਮਿਕ ਹੋਣਾ ਹੈ, ਪ੍ਰਭੂ ਦਾ ਨਾਮ ਜਪਣਾ ਹੈ, ਉਸ ਪ੍ਰਭੂ ਦੀ ਤਲਾਸ਼ ਕਰਨੀ ਹੈ, ਉਸ ਅਨਹਦ ਨਾਦ ਦੇ ਨਾਲ ਮਿਲ ਕੇ ਉਸ ਪਰਮਾਤਮਾ ਤੱਕ ਪਹੁੰਚਾ ਹਾਂ। ਅਤੇ ਉਹ ਜੋ ਹੈ ਨਾ ਮੇਰੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਦੇ ਸੱਚੇ ਨਾਮ ਨੇ ਆਵਾਸ ਕੀਤਾ ਹੈ, ਵਿਕਾਸ ਕੀਤਾ ਹੈ। ਜਨ ਨਾਨਕ ਬੋਲੇ ਚੌਥੀ ਲਾਵੇਂ, ਹਰ ਪਾਇਆ ਪ੍ਰਭ ਅਵਨਾਸ਼ੀ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਜੋ ਚੌਥਾ ਗਠਬੰਧਨ ਹੈ ਉਸ ਪਰਮਾਤਮਾ ਦੇ ਨਾਲ, ਉਸ ਹਰੀ ਮਹਾਂਪ੍ਰਭੂ ਦੇ ਨਾਲ ਜੋ ਮੇਰਾ ਜੋੜ ਹੋਇਆ ਹੈ, ਹਰੀ ਪਰਮਾਤਮਾ ਜੋ ਮੈਨੂੰ ਮਿਲਿਆ ਹੈ, ਉਹ ਪਰਮਾਤਮਾ ਜਿਹੜਾ ਕਦੇ ਨਾਸ਼ ਨਹੀਂ ਹੋਣ ਵਾਲਾ, ਉਹ ਅਵਿਨਾਸ਼ੀ, ਸਦਾ ਸਥਿਰ ਰਹਿਣ ਵਾਲਾ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ, ਅਜੂਨੀ ਸਵੈਭੰਗ, ਕਿ ਆਪਣੇ ਆਪ ਦੇ ਵਿੱਚ ਜੋ ਰਹਿਣ ਵਾਲਾ ਹੈ, ਆਪਣੇ ਆਪ ਦੇ ਵਿੱਚ ਜੋ ਪ੍ਰਕਾਸ਼ਿਤ ਹੈ, ਉਹ ਪਰਮਾਤਮਾ ਜੋ ਹੈ ਉਹ ਮੈਨੂੰ ਮਿਲ ਗਿਆ ਹੈ। ਮੈਂ ਉਸ ਪਰਮ ਈਸ਼ਵਰ ਪਰਮਾਤਮਾ ਦੇ ਦੁਆਰੇ 'ਤੇ ਪਹੁੰਚ ਗਿਆ ਹਾਂ। ਹੁਣ ਮੈਨੂੰ ਇਹ ਆਸ ਉਮੀਦ ਹੋ ਗਈ ਹੈ ਕਿ ਜੋ ਮੈਂ ਮਿਹਨਤ ਕਰਨੀ ਸੀ ਉਸ ਪਰਮਾਤਮਾ ਨੂੰ ਮਿਲਣ ਵਾਸਤੇ, ਉਹ ਮੇਰਾ ਕਾਰਜ ਜੋ ਹੈ ਨਾ ਉਹ ਸਫਲ ਹੋ ਗਿਆ ਹੈ। ਹੁਣ ਅੱਗੇ ਪਰਮਾਤਮਾ ਦੇ ਦਰਸ਼ਨ ਕਿਸ ਤਰ੍ਹਾਂ ਹੁੰਦੇ ਨੇ, ਇਸ ਦਾ ਵਰਣਨ ਅਗਲੇ ਆਡੀਓ ਵੀਡੀਓ ਦੇ ਵਿੱਚ ਮੈਂ ਕਰਾਂਗਾ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਇਆ ਹੈ ਕਿ 9 ਦੁਆਰੇ ਪ੍ਰਗਟ ਕੀਏ ਔਰ 10ਵਾਂ ਗੁਪਤ ਰਖਾਇਆ। 4 ਲਾਵਾਂ ਅਸੀਂ ਪਰਮਾਤਮਾ ਨੂੰ ਮਿਲਣ ਦੇ ਕਾਰਜ ਨੂੰ ਆਰੰਭਤਾ ਦੇ ਕੇ ਸ਼ੁਰੂ ਕੀਤਾ, ਔਰ ਚੌਥੀ ਲਾਮ ਦੇ ਵਿੱਚ ਅਸੀਂ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਕੇ ਉਸ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਉਸ ਦੇ ਦੁਆਰ ਤੱਕ ਪਹੁੰਚੇ। ਹੁਣ ਇਸ ਗੱਲ ਨੂੰ ਮੈਂ ਸਰਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸਾਰਿਆਂ ਤੋਂ ਪਹਿਲਾਂ ਜਾਪ, ਅਜੱਪਾ ਜਾਪ, ਅਨਹਦ, ਸੁਰਤ ਅਤੇ ਉਸ ਮਾਲਕ ਦੀ ਹੋਂਦ, ਉਸ ਮਾਲਕ ਦਾ ਪ੍ਰਕਾਸ਼ ਰੂਪ। ਇਹਨੂੰ ਸਰਲ ਕਰਕੇ ਇਸ ਤਰ੍ਹਾਂ ਕਿਹਾ ਗਿਆ ਹੈ ਬਾਣੀ ਦੇ ਵਿੱਚ, ਜਾਪ ਮਰੇ, ਅਜੱਪਾ ਮਰੇ, ਅਨਹਦ ਵੀ ਮਰ ਜਾਏ, ਸੁਰਤ ਸਮਾਨੀ ਸ਼ਬਦ ਮੈਂ, ਤਾਹੇ ਕਾਲ ਨਾ ਖਾਏ। ਜਾਪ ਦਾ ਸਮਾਂ ਪੂਰਾ ਹੋਇਆ ਤਾਂ ਅਜੱਪਾ ਜਾਪ ਪ੍ਰਗਟ ਹੋਇਆ, ਅਜੱਪਾ ਜਾਪ ਦਾ ਸਮਾਂ ਪੂਰਾ ਹੋਇਆ ਤਾਂ ਅਨਹਦ ਨਾਦ ਪੂਰਾ ਹੋਇਆ। ਅਨਹਦ ਨਾਦ ਦੀ ਧੁਨੀ ਦੇ ਵਿੱਚ ਇਹ ਆਤਮਾ ਸਵਾਰ ਹੋ ਕੇ ਉਸ ਦੇ ਵਿੱਚ ਲੀਨ ਹੋ ਗਈ, ਉਸ ਸ਼ਬਦ, ਉਸ ਪਰਮਾਤਮਾ ਦੀ ਹੋਂਦ ਦੇ ਵਿੱਚ ਲੀਨ ਹੋ ਗਈ ਅਤੇ ਜਿੱਥੋਂ ਇਹ ਆਈ ਸੀ ਪਰਮ ਆਤਮਾ ਤੋਂ, ਉਸ ਪਰਮ ਦੇ ਵਿੱਚ ਇਹ ਆਤਮਾ ਜੋ ਹੈ ਉਹ ਸਮਾ ਗਈ। ਜਿਸ ਵਕਤ ਸਮੁੰਦਰ ਦੇ ਵਿੱਚ ਇੱਕ ਬੂੰਦ ਸਿੱਟੀ ਜਾਂਦੀ ਹੈ ਤਾਂ ਉਹਨੂੰ ਦੁਬਾਰਾ ਉੱਥੋਂ ਕੱਢਿਆ ਨਹੀਂ ਜਾ ਸਕਦਾ, ਉਹ ਬੂੰਦ ਵਾਪਸ ਨਹੀਂ ਆਉਂਦੀ। ਇਸੇ ਤਰ੍ਹਾਂ ਇਹ ਆਤਮਾ ਜਦੋਂ ਪਰਮ ਤੱਤ ਦੇ ਵਿੱਚ ਲੀਨ ਹੋ ਜਾਂਦੀ ਹੈ, ਇਹ ਆਤਮਾ ਫਿਰ ਵਾਪਸ ਨਹੀਂ ਆਉਂਦੀ। ਇਸ ਦੇ ਸਾਰੇ ਜੋ ਚੰਗੇ ਔਰ ਮਾੜੇ ਜੋ ਵੀ ਕਰਮ ਹੈ, ਉਹ ਸਾਰੇ ਕਰਮ ਜੋ ਹੈ ਨਾ ਉਹ ਸਭ ਸਮਾਪਤ ਹੋ ਜਾਂਦੇ ਹਨ। ਇਹ ਆਤਮਾ ਉਸ ਪਰਮ ਤੱਤ ਦੇ ਵਿੱਚ ਲੀਨ ਹੋ ਕੇ ਜਨਮ ਮਰਨ ਤੋਂ ਖਤਮ ਹੋ ਜਾਂਦੀ ਹੈ ਔਰ ਉਹ ਕਾਲ ਤੋਂ ਰਹਿਤ ਹੋ ਜਾਂਦੀ ਹੈ।
ਇਹ ਜੋ ਹੈ ਇਹ 4 ਲਾਵਾਂ ਦਾ ਸਾਰ ਹੈ। ਅਗਲੀ ਆਡੀਓ ਦੇ ਵਿੱਚ ਜੋ ਇੱਕ ਮੇਰੇ ਮਿੱਤਰ ਪਿਆਰੇ ਦਾ ਸਵਾਲ ਸੀ ਕਿ ਬਾਬਾ ਜੀ ਅਸੀਂ YouTube 'ਤੇ ਦੇਖਿਆ ਹੈ ਕਿ ਜੋ 7 ਚੱਕਰ ਹਨ ਉਹਨਾਂ ਦਾ ਤਾਂ ਵਰਣਨ ਬਹੁਤ ਜ਼ਿਆਦਾ ਹੈ ਔਰ 10ਵੇਂ ਦੁਆਰੇ ਦਾ ਵੀ ਵਰਣਨ ਬਹੁਤ ਜ਼ਿਆਦਾ ਹੈ, ਲੇਕਿਨ 8 ਅਤੇ 9 ਦਾ ਵਰਣਨ ਸਾਨੂੰ ਉਹ ਨਹੀਂ ਮਿਲਿਆ ਹੈ। ਕੀ ਤੁਸੀਂ ਇਸ 'ਤੇ ਵੀ ਕੋਈ ਰੋਸ਼ਨੀ ਪਾ ਸਕਦੇ ਹੋ? ਹਾਂ ਜ਼ਰੂਰ, ਮੈਂ ਕੋਸ਼ਿਸ਼ ਕਰੂੰਗਾ ਕਿ ਆਪ ਜੀ ਦੇ ਇਸ ਸਵਾਲ ਦਾ ਮੈਂ ਜਵਾਬ ਜੋ ਹੈ ਨਾ ਉਹ ਦੇਵਾਂ। ਆਉਣ ਵਾਲੀ ਕਿਸੇ ਕੈਸਟ ਦੇ ਵਿੱਚ ਮੈਂ ਇਸ ਨੂੰ ਵਿਸਤਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਰੈਫਰੈਂਸ ਹੈ ਉਸ ਦੀ ਬਾਣੀ ਦੇ ਮੁਤਾਬਕ ਮੈਂ ਜੋ ਹੈ ਨਾ ਆਪ ਜੀ ਦੇ ਨਾਲ ਇਸ ਗੱਲ ਨੂੰ ਸਾਂਝਾ ਕਰਾਂਗਾ। ਧੰਨਵਾਦ। ਦਾਤਾ ਭਲਾ ਕਰੇ।